ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੁਖਮਨੀ ਸਾਹਿਬ ਅਸ਼ਟਪਦੀ ਛੇਵੀਂ ਸ਼ਲੋਕ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਹਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਹਰ ਇੱਕ ਸ਼ਲੋਕ ਦੇ ਪਿੱਛੇ 8 ਪਦਿਆਂ ਦੇ ਵਿੱਚ 2 ਹੀ ਪੱਖ ਆਪਾਂ ਨੂੰ ਸਮਝਾਏ ਜਾਂਦੇ ਨੇ। ਉਹ ਸ਼ਲੋਕ ਦਾ ਸਾਰ ਹੀ 8 ਪਦੇ ਹੁੰਦੇ। ਆਪਾਂ ਇਹਨੂੰ ਸੁਣੀਏ ਧਿਆਨ ਨਾਲ, ਫਿਰ ਸਮਝ ਆਉਂਦੀ ਹੈ। ਹੁਣ ਧਿਆਨ ਹੈ ਨਹੀਂ, ਧਿਆਨ ਆਪਣਾ ਭਟਕ ਗਿਆ, ਮਾਇਆ ਦੇ ਵਿੱਚ ਕਨਵਰਟ ਹੋ ਗਿਆ ਵਾ। ਇਹ ਗੁਰਸ਼ਬਦ ਦੇ ਗਿਆਨ ਨਾਲ ਆਪਣਾ ਧਿਆਨ ਕੇਂਦਰ ਹੋਣਾ ਵਾ। ਜਿਵੇਂ ਜਿਵੇਂ ਉਹ ਗਿਆਨ ਇਕੱਠਾ ਉਹੀ ਧਿਆਨ ਬਣ ਜਾਣਾ ਹੈ। ਉਹ ਗਿਆਨ ਨਾਲ ਸਾਰੀ ਖੇਲ ਸਾਨੂੰ ਸਮਝ ਆਉਣੀ ਹੈ। ਸਤਿਗੁਰ 2 ਹੀ ਪੱਖ ਸਮਝਾ ਰਹੇ ਆਪਾਂ ਨੂੰ। ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ। ਇਹ ਪਹਿਲਾ ਜਿਹੜਾ ਪੱਖ ਹੈ ਸੰਸਾਰ ਦਾ। ਜਦ ਤੱਕ ਇਹਨਾਂ ਤੋਂ ਸਾਡਾ ਛੁਟਕਾਰਾ ਨਹੀਂ ਹੁੰਦਾ, ਇਹ ਵਸ 'ਚ ਨਹੀਂ ਆਉਂਦੇ, ਸਾਡੀ ਮਤ ਨਾਲ ਤਾਂ ਆਉਣੇ ਹੀ ਨਹੀਂ। ਅਸੀਂ ਆਪਦੀ ਮਤ ਨਾਲ ਇਹਨੂੰ ਵਸ ਕਰਨਾ ਚਾਹੁੰਦੇ ਹਾਂ। ਪਿੱਛੇ ਤੋਂ ਪ੍ਰਚਲਿਤ ਮੱਤਾਂ ਜਿੰਨੀਆਂ ਵੀ ਆਈਆਂ ਅੱਜ ਤੱਕ ਆਪਣੀ ਪਕੜ 'ਚ ਜਿੰਨੀ ਸਮਝ ਆਈ ਹੈ, ਜੋ ਆਪਾਂ ਨੂੰ ਗੁਰੂ ਉਪਦੇਸ਼ ਬਾਣੀ 'ਚੋਂ ਪਤਾ ਲੱਗਦਾ ਹੈ, ਉਹ ਸਾਰੀਆਂ ਭਗਤੀਆਂ ਹਠ ਯੋਗ, ਤਪ ਯੋਗ, ਸਰੀਰ ਕਰਕੇ ਹੀ ਭਗਤੀਆਂ ਸੀ। ਐਂ ਕਹਿ ਲਓ ਘਰ ਬਾਰ ਛੱਡ ਕੇ ਚਲੇ ਜਾਣਾ। ਉਹ 'ਚੋਂ ਗਿਆਨ ਤਾਂ ਮਿਲਿਆ ਨਹੀਂ, ਹੰਕਾਰ ਜਿਉਂ ਤੇ ਤਿਉਂ ਰਿਹਾ। ਉਹਦਾ ਰਿਜ਼ਲਟ ਕੀ ਹੋਇਆ ਆਪਾਂ ਦੇਖਦੇ ਹੀ ਹਾਂ। ਬੜੇ ਬੜੇ ਮਹਾਤਮਾ ਵਿਚਾਰੇ ਜਿਹੜੇ ਸਾਰਾ ਜੀਵਨ ਖਰਾਬ ਕਰਕੇ ਫਿਰ ਨਰਕ ਨੂੰ ਚਲੇ ਜਾਂਦੇ ਨੇ। ਹਰ ਹਰ ਨਾਮ ਜਪੰਤਿਆਂ ਕਿਸ ਨ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਗੋਪਾਲ ਦਾ ਦਰਸ਼ਨ ਵੀ ਹੋਣਾ ਸੀ, ਇਹ ਜਮਾਂ ਤੋਂ ਖਹਿੜਾ ਵੀ ਛੁੱਟਣਾ ਸੀ। ਜਿਹੜਾ ਕਾਮ ਕ੍ਰੋਧ ਅਰ ਲੋਭ ਮੋਹ ਬਾਰੇ ਸਾਨੂੰ ਸਮਝਾ ਰਿਹਾ ਸਤਿਗੁਰ, ਇਹਦਾ ਤਿਆਗ ਕਰਨਾ ਆਪਾਂ। ਇਹੀ ਤਾਂ ਭਗਤੀ ਹੈ, ਉਹੀ ਆਪਾਂ ਕਰਨੀ ਹੈ। ਜੈ ਪ੍ਰਸਾਦ ਭਾਈ ਦੁਰਲੱਭ ਦੇ ਨਾਨਕ ਤਾਂ ਕੀ ਭਗਤ ਕਰੇ। ਇਹ ਮਨੁੱਖਾ ਦੇਹ ਵੀ ਉਹਦੀ ਕਿਰਪਾ ਨਾਲ ਮਿਲੀ ਹੈ। ਦੇਹੀ ਤੋਂ ਬਾਅਦ ਸਾਡੇ ਜਿਹੜੇ ਮੋਹ ਦੇ ਰਿਸ਼ਤੇ ਪੈ ਗਏ ਸੰਸਾਰ ਨਾਲ, ਮਾਇਆ ਦੇ, ਉਹੀ ਤਾਂ ਬਾਣੀ ਕੱਟਦੀ ਹੈ। ਪਾਪ ਪੁੰਨ ਦੋਹੂ ਭਾਈ ਦੋਹੀਂ ਮਿਲ ਸ੍ਰਿਸ਼ਟ ਭਾਈ। ਦੋਹਾਂ ਨੇ ਮਿਲ ਕੇ ਸ੍ਰਿਸ਼ਟੀ ਪੈਦਾ ਕੀਤੀ ਹੈ। ਜਦੋਂ ਹੁਕਮ ਨਾਲ ਜੋਤ ਅਲੱਗ ਹੁੰਦੀ ਹੈ, ਫਿਰ ਇਹ ਜੀਵ ਜੰਮਣ ਮਰਨ ਨੂੰ ਆਉਂਦਾ ਹੈ। ਪਾਪ ਪੁੰਨ ਤੋਂ ਬਿਨਾਂ ਸ੍ਰਿਸ਼ਟੀ ਪੈਦਾ ਨਹੀਂ ਹੁੰਦੀ। ਮਨ ਪਾਪੀ ਹੈ, ਅੰਤਰਾਤਮਾ ਦੀ ਆਵਾਜ਼ ਪੁੰਨੀ ਹੈ। ਇਹ ਐਵੇਂ ਹੀ ਚੱਲਦਾ ਰਹਿੰਦਾ ਸੰਸਾਰ। ਚੰਗਿਆਈਆਂ ਬਰਿਆਈਆਂ ਵਾਚੇ ਧਰਮ ਹਦੂਰ। ਉਹਨੂੰ ਵਾਚ ਰਿਹਾ, ਅੰਦਰ ਦੇਖ ਰਿਹਾ ਅੰਤਰਾਤਮਾ ਦੀ ਆਵਾਜ਼। ਮਨ ਦਾ ਸੁਭਾਅ ਆ ਪਾਪ ਪੁੰਨ। ਪਾਪ ਪੁੰਨ ਤਾਂ ਪਈ ਕਹਾਵਤ। ਜਦੋਂ ਸਮਝ ਆ ਜਾਂਦੀ ਹੈ ਸਾਰੀ ਖੇਲ, ਸਾਰਾ ਕੁਛ ਤਾਂ ਹੁਕਮ 'ਚ ਹੋ ਰਿਹਾ ਭਾਈ, ਫਿਰ ਸਾਡੇ ਹੱਥ 'ਚ ਤਾਂ ਹੈ ਹੀ ਨਹੀਂ ਕੁਛ। ਪਾਪ ਕਿਵੇਂ ਹੋ ਗਿਆ ਫਿਰ? ਪਰ ਉਹ ਸਾਡੀ ਅਗਿਆਨਤਾ ਹੀ ਸੀ। ਜਦ ਤੱਕ ਸਾਨੂੰ ਸੱਚ ਦਾ ਗਿਆਨ ਨਹੀਂ ਹੁੰਦਾ, ਅਸੀਂ ਜੁੜੇ ਰਹਿੰਦੇ ਹਾਂ। ਜਦੋਂ ਸਮਾਂ ਨਿਕਲ ਜਾਂਦਾ, ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਣ। ਇਹ ਪਹਿਲਾ ਪੱਖ ਆ। ਇਹਦੇ ਬਿਨਾਂ ਸ੍ਰਿਸ਼ਟੀ ਨਹੀਂ ਪੈਦਾ ਹੁੰਦੀ। ਇਹਦਾ ਆਪਾਂ ਆਪਣੀ ਮਤ ਨਾਲ ਕਿਵੇਂ ਤਿਆਗ ਕਰ ਲਾਂਗੇ? ਗੁਰ ਕੀ ਮਤੁ ਲਿਹੋ ਆਣੇ ਭਗਤੀ ਬਿਨਾ ਵੈ ਡੂਬੇ ਸਿਆਣੇ। ਜਿਨ੍ਹਾਂ ਨੇ ਗੁਰੂ ਛੱਡ ਤਾਂ ਡੁੱਬ ਗਏ। ਇਹ ਤੋਂ ਕਿਵੇਂ ਤਿਆਗ ਕਰਨਾ ਸੀ? ਗੁਰਸ਼ਬਦ ਦੇ ਗਿਆਨ ਨਾਲ ਹੌਲੀ ਹੌਲੀ ਜਿਹੜਾ ਹੈਗਾ ਵਾ, ਮਨ ਬੁੱਧੀ ਮੋਹ ਮਾਇਆ ਦੇ ਨਸ਼ੇ ਤੋਂ ਮੁਕਤ ਹੁੰਦੇ ਰਹਿੰਦੇ ਨੇ। ਗਿਆਨ ਵੱਧਦਾ ਚਲਿਆ ਜਾਂਦਾ, ਪ੍ਰਗਾਸ ਵੱਧਦਾ ਚਲਿਆ ਜਾਂਦਾ ਹੈ। ਇੱਕ ਦਿਨ ਐਸਾ ਆ ਜਾਂਦਾ ਹੈ, ਜਿਹੜੇ ਗੁਰਸ਼ਬਦ ਦੀ ਕਮਾਈ ਕਰਦੇ ਨੇ, ਭਾਣੇ 'ਚ ਰਹਿੰਦੇ ਨੇ, ਬਾਣੀ ਨੂੰ ਸੱਤ ਕਰਕੇ ਮੰਨਦੇ ਨੇ, ਉਹਨਾਂ ਦਾ ਧਿਆਨ ਕੇਂਦਰ ਹੋ ਜਾਂਦਾ ਹੈ। ਗਿਆਨ ਹੀ ਫਿਰ ਉਹਨਾਂ ਦਾ ਧਿਆਨ ਬਣ ਜਾਂਦਾ। ਉਹ ਧਿਆਨ ਦੀ ਦੁਨੀਆ ਦਾ ਆਪਾਂ ਨੂੰ ਬਾਣੀ ਗਿਆਨ ਕਰਾ ਰਹੀ ਹੈ। ਜਿੱਥੋਂ ਆਪਾਂ ਟੁੱਟ ਕੇ ਆਏ ਹਾਂ, ਦੁਬਾਰਾ ਉੱਥੇ ਫਿਰ ਜਾਣਾ ਵਾ। ਜਿਵੇਂ ਜਿਵੇਂ ਆਏ ਹਾਂ ਉਵੇਂ ਹੀ ਆਪਾਂ ਜਾਣਾ। ਇਹਨੂੰ ਬਹੁਤ ਪਿਆਰ ਨਾਲ ਇਹਨੂੰ ਸਮਝੀਏ, ਵਿਚਾਰੀਏ ਤਾਂ ਸਮਝ ਆਉਂਦੀ ਹੈ। ਜਿਵੇਂ ਹਰ ਇੱਕ ਹੀ ਸਵਾਲ ਕਰ ਦਿੰਦਾ ਹੈ, ਨਾਮ ਕੀ ਚੀਜ਼ ਹੈ? ਪ੍ਰੈਕਟੀਕਲ ਅਸੀਂ ਕੁਛ ਵੀ ਨਹੀਂ ਕਰਦੇ ਹੈਗੇ। ਸੂਰਜ ਹੈ, ਅਗਨੀ ਹੈ, ਕਹਿ ਦਿੰਦੇ ਆ ਸੂਰਜ ਕੀ ਅੱਗ ਹੈ ਭਾਈ। ਕਿਵੇਂ ਬਣੀ ਅੱਗ ਇਹ?
ਕਿ ਅੱਗ ਨੂੰ ਕਿਸੇ ਅਸੀਂ ਮਹਿਸੂਸ ਕੀਤਾ? ਕਿਹਨੇ ਪੈਦਾ ਕੀਤੀ ਹੈ? ਇਵੇਂ ਨਾਮ ਦੀ ਅਸੀਂ ਕਦੇ ਕਮਾਈ ਕੀਤੀ? ਜਿਵੇਂ ਸੂਰਜ ਦੇ ਨੇੜੇ ਨੂੰ ਜਾਣ ਨਾਲ ਅਗਨੀ ਦੀ ਹੀਟ ਵੱਧਦੀ ਆ, ਇਵੇਂ ਨਾਮ ਗੁਰੂ ਸ਼ਬਦ ਗਿਆਨ ਦੇ ਨਾਲ ਜਦੋਂ ਨਾਮ ਦੇ ਨੇੜੇ ਜਾਂਦੇ ਆ, ਸਾਡਾ ਸੰਸਾਰ 'ਚੋਂ ਛੁਟਕਾਰਾ ਹੋ ਜਾਂਦਾ। ਉਹ ਐਡੀ ਸ਼ਕਤੀ ਹੈ। ਸਾਚੇ ਨਾਮ ਕੀ ਲਾਗੈ, ਭੂਖ ਉਤ ਭੁੱਖੇ ਖਾਏ ਚਲੀਏ ਦੋਖ। ਸੱਚ ਦੀ ਨਾਮ ਦੀ ਭੁੱਖ ਐਸੀ ਹੈ, ਸੰਸਾਰੀ ਦੁੱਖਾਂ ਦਾ ਨਹੀਂ ਪਤਾ ਲੱਗਦਾ। ਤਿਆਗ ਹੋ ਜਾਂਦਾ, ਜਿਉਂਦਾ ਹੀ ਸਰੀਰ ਨੂੰ ਛੱਡ ਦਿੰਦਾ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਆਪਾਂ ਪ੍ਰਾਪਤੀ ਕਰਨੀ ਆਪੋ ਆਪਣੀ, ਕਹਿ ਨੇੜੇ ਕਹਿ ਦੂਰ। ਹੁਣ ਆਪਾਂ ਕਿੱਥੇ ਖੜੇ ਹਾਂ? ਕਰਨੀ ਤੇ ਸੋਚ ਕਰਕੇ ਦੂਰ ਹੈ, ਕੁਦਰਤ ਦੂਰ ਨਹੀਂ, ਅਸੀਂ ਦੂਰ ਹੋ ਗਏ ਹਾਂ ਉਹ ਤੋਂ ਸੋਚ ਕਰਕੇ। ਕਿਉਂ? ਕਾਮ ਕ੍ਰੋਧ ਦਾ ਲੋਭ ਮੋਹ ਵਾਸ਼ਨਾ ਨਾਲ ਜੁੜੇ ਹੋਏ ਹਾਂ। ਇਹਦੇ ਬਿਨਾਂ ਸ੍ਰਿਸ਼ਟੀ ਵੀ ਨਹੀਂ ਪੈਦਾ ਹੁੰਦੀ। ਪੰਚਮ ਪਾਤਸ਼ਾਹ ਨੇ ਸਮਝਾਇਆ ਆਪਾਂ ਨੂੰ, ਪਾਪ ਪੁੰਨ ਦੋਹੂ ਭਾਈ, ਦੋਹੂ ਮਿਲ ਸ੍ਰਿਸ਼ਟੋ ਭਾਈ। ਸ੍ਰਿਸ਼ਟੀ ਨਹੀਂ ਪੈਦਾ ਹੁੰਦੀ। ਹੁਣ ਇਹ ਆਪਾਂ ਸਮਝ ਕੇ ਦਾ ਤਿਆਗ ਕਰਨਾ, ਉਹੀ ਭਗਤੀ ਹੈ। ਜਦੋਂ ਇਹਦਾ ਤਿਆਗ ਹੁੰਦਾ ਹੈ, ਫਿਰ ਥੱਲੇ ਵਾਲਾ ਪੱਖ ਆ ਕੇ ਸਤਿਗੁਰ ਸਮਝਾਉਂਦੇ ਆ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਕਰ ਤੋਂ ਭਾਵ ਮਨ ਤੇ ਉੱਪਰ ਕਿਰਪਾ ਕਰ ਦਾਤਾ ਗੁਰਦੇਵ। ਇਹ ਗੁਰਦੇਵ ਦਾ ਹੀ ਗਿਆਨ ਹੈ। ਅੰਤਰ ਦੇਵ ਨਾ ਜਾਣੇ ਅੰਦ। ਅਸੀਂ ਜਿਹੜੇ ਬਾਹਰ ਦੇਵ ਬਣਾ ਲਿਓ, ਸਾਡੀ ਅਗਿਆਨਤਾ ਵਾ। ਦੇਵ ਤਾਂ ਸਾਡੇ ਅੰਦਰ ਹੀ ਹੈ। ਵਾਸਦੇਵ, ਗੋਪਾਲ, ਗੋਬਿੰਦ, ਅਨੇਕਾਂ ਨਾਮ ਦੇ ਕੇ ਸਮਝਾਇਆ ਗਿਆ ਸਾਨੂੰ। ਕਿਵੇਂ ਨਾ ਕਿਵੇਂ ਜੀਵ ਨੂੰ ਸਮਝ ਆ ਜੇ। ਇਹ ਦੂਆ ਪੱਖ ਆ ਗਿਆ। ਹੁਣ ਸਰਨ ਜਾਣਾ, ਉਹਦੀ ਪਹਿਲਾਂ ਉੱਪਰ ਜਿਹੜੀ ਸ਼ਰਤ ਹੈ ਉਹ ਆਪਾਂ ਨੂੰ ਪਵਾਉਣੀ ਪਊਗੀ। ਪੜ੍ਹ ਤਾਂ ਅਸੀਂ ਲੈਂਦੇ ਹਾਂ, ਪੜ੍ਹ ਗੱਡੀ ਲੱਦੀ, ਉਹ ਤਾਂ ਹੈ ਹੀ। ਫਿਰ ਦੇਖਦੇ ਹੀ ਆ, ਜੇਤਾ ਪੜ੍ਹਿਆ ਤੇਤਾ ਕੜਿਆ, ਉਹ ਵੀ ਦਿੰਦਾ ਆਪਾਂ ਨੂੰ। ਪਰ ਇਹ ਦੋ ਪੱਖ ਆਪਾਂ ਸਮਝਾਂਗੇ, ਦੋਨੋਂ ਪੱਖ, ਉਹ ਪੱਖਾਂ ਦੇ ਉੱਪਰ ਆਪਾਂ ਸਹੀ ਉਤਰਾਂਗੇ। ਇਹ ਆਪਣੀ ਪ੍ਰੀਖਿਆ ਹੈ। ਜੀਵਨ ਦਾ ਪੇਪਰ ਕਹਿ ਲਓ, ਜੀਵਨ ਦੀ ਕਮਾਈ ਕਹਿ ਲਓ। ਨਹੀਂ ਤਾਂ ਫਿਰ ਆਪਾਂ ਜੰਮਣ ਮਰਨ ਨੂੰ ਫਿਰ ਚਲਾ ਜਾਵਾਂਗੇ, ਜੇ ਆਪਾਂ ਤੋਂ ਇਹ ਭਗਤੀ ਨਾ ਹੋਈ। ਆਪਣੀ ਮਗਤ ਨਾਲ ਨਹੀਂ ਇਹ ਭਗਤੀ ਹੋਣੀ ਹੈਗੀ। ਇਹ ਗੁਰ ਕੀ ਮਤ ਲੈਣੀ ਆਪਾਂ। ਮਨ ਰੇ ਹਉਮੈ ਮੋਹ ਦੁਖ ਭਾਰੀ, ਇਹ ਭਵਜਲ ਜਗਤ ਨਾ ਜਾਈ ਤਰਣਾ। ਗੁਰਮੁਖ ਤਰ ਹਰ ਤਾਰੀ। ਕਿਵੇਂ ਤਰਾਂਗੇ? ਆਪਦੀ ਮਤ ਨਾਲ। ਇਹ ਹਰ ਕਥਾ ਹੈ ਬਾਣੀ, ਇਹੀ ਤਾਂ ਲਾਹਾ ਲੈਣਾ। ਰੋਜ਼ ਪੜ੍ਹਦੇ ਵੀ ਆਪਾਂ, ਇਹੀਆਂ ਖਾੜ ਚਲੋ ਹਰ ਲਾਹਾ ਅੱਗੇ ਬਸਲ, ਸਹੇਲਾ ਔਧ ਘਟੇ ਦਿਨ ਸਰਨਾਰੇ। ਮਨ ਗੁਰ ਮਿਲ ਕਾਜ ਸਵਾਰੇ। ਗੁਰ ਨੂੰ ਮਿਲਣਾ ਸੀ, ਗੁਰ ਸ਼ਬਦ ਦਾ ਗਿਆਨ ਲੈਣਾ ਸੀ, ਉਹਦੇ ਨੇ ਕਾਜ ਸੰਵਰਨਾ ਸੀ। ਉਹ ਆਤਮਾ ਦਾ ਕਾਜ ਹੈ ਜਿਹੜਾ ਅਸੀਂ ਸੰਵਾਰਦੇ ਹਾਂ, ਉਹ ਸਰੀਰ ਕਰਕੇ ਹੈ। ਜਿੰਨੇ ਧਰਮ ਕਰਮ ਕਰਦੇ ਹਾਂ ਸਾਰੇ ਸਰੀਰ ਕਰਕੇ, ਸਰੀਰ ਦੀਆਂ ਲੋੜਾਂ ਕਰਕੇ। ਜਿਹੜੇ ਸਰੀਰ ਰਸ ਕਸ ਵੀ ਲੈਣੇ, ਉਹ ਵੀ ਤਾਂ ਉਹਦੀ ਕਿਰਪਾ ਹੈ। ਜੋ ਸਾਰਾ ਕੁਛ ਉਹਦੀ ਕਿਰਪਾ ਨਾਲ ਚੱਲ ਰਿਹਾ, ਤਾਂ ਫਿਰ ਉਹਦੀ ਕਿਰਪਾ ਤੋਂ ਬਿਨਾਂ ਕਿਵੇਂ ਇਹ ਖੇਲ ਸਮਝ ਆਊਗੀ ਆਪਾਂ ਨੂੰ। ਇਹ ਥੱਲੇ ਦੂਆ ਪੱਖ ਹੈ, ਗੁਰਦੇਵ ਦੀ ਬਾਣੀ ਹੈ। ਜਿਹੜਾ ਪਹਿਲਾ ਸਲੋਕ ਆਪਾਂ ਸੁਖਮਨੀ ਸਾਹਿਬ 'ਚ ਵਿਚਾਰਿਆ, ਉਹ ਸਾਰੀ 24 ਅਸ਼ਟਪਦੀਆਂ ਦਾ ਸਾਰ ਹੈ ਭਾਈ। ਇਹਨੂੰ ਵਿਚਾਰਦੇ ਜਾਵਾਂਗੇ, ਗੁਰੂ ਭਗਤਾਂ ਦਰਸਾਈ ਰਾਹ 'ਤੇ ਚੱਲਦੇ ਜਾਵਾਂਗੇ। ਸਾਨੂੰ ਪ੍ਰਾਪਤੀ ਨਾ ਹੋਵੇ, ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਸਵਾਲ ਕਰ ਦਿੰਦੇ ਹਾਂ। ਬਾਣੀ 'ਚ ਹਰ ਇੱਕ ਸਵਾਲ ਦਾ ਜਵਾਬ ਹੈ। ਬਾਣੀ ਸਵਾਲ ਕਰਕੇ ਨਾਲ ਤਾਂ ਜਵਾਬ ਦਿੰਦੀ ਹੈ। ਐਸਾ ਕੋਈ ਧਰਮ ਹੀ ਨਹੀਂ ਜਿਹੜਾ ਸਵਾਲ ਦਾ ਜਵਾਬ ਨਾਲੇ ਦੇਵੇ। ਦਿੱਤਾ ਹੋਇਆ ਆਪਾਂ ਨੂੰ ਦੇਖੋ, ਪਰਖੋ ਇਹਨੂੰ ਭਾਈ। ਕਾਮ ਕ੍ਰੋਧ ਦਾ ਲੋਭ ਮੋਹ ਬਿਨ ਸਜਾਇਆ ਹੈ ਮੇਪ। ਇਹ ਬੇਨਤੀ ਕਰਨੀ ਹੈ, ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵ। ਇਹ ਗੁਰਦੇਵ ਗਿਆਨ ਦੇ ਦੇਵ। ਇਹ ਗੁਰਦੇਵ ਦੀ ਬਾਣੀ ਹੈ, ਇਹੀ ਤਾਂ ਆਪਾਂ ਅਰਦਾਸ ਕਰਨੀ ਹੈ। ਇਹੀ ਭਗਤੀ ਹੈ। ਇਹਨੂੰ ਆਪਾਂ ਵਿਚਾਰਨਾ, ਸਮਝਣਾ, ਫਿਰ ਇਹ ਸਾਨੂੰ ਪ੍ਰਾਪਤੀ ਹੋਣੀ ਹੈ। ਆਪਾਂ ਦੂਆ ਭਗਤ ਕਬੀਰ ਜੀ ਦਾ ਸਲੋਕ ਲੈ ਲੈਂਦੇ ਹਾਂ। ਕਬੀਰ ਜੀ ਹੋ ਕੇ ਪੰਨਾ ਨੰਬਰ 855, ਉਹਦਾ ਵੀ ਸਾਰ ਰੂਪ ਇਹੀ ਹੈ। ਲਾਸਟ ਪਹਿਲਾ ਸਵਾਲ ਹੈ, ਐਸੋ ਇਹ ਸੰਸਾਰ ਪੇਖਣਾ, ਰਹਿ ਨ ਕੋ ਪਾਈਏ ਰੇ। ਸੂਦੇ ਸੂਦੇ ਰੇਖ ਚਲੋ ਤੁਮ ਨਤਰ ਕੋ ਧੱਕਾ ਦਵਈਏ ਰੇ। ਐਸੋ ਇਹ ਸੰਸਾਰ ਪੇਖਣਾ, ਰਹਿਣ ਨਾ ਕੋ ਪਈਏ ਰੇ। ਇੱਥੇ ਕਿਸੇ ਨੇ ਨਹੀਂ ਰਹਿਣਾ ਭਾਈ। ਭਗਤ ਜੀ ਸਮਝਾ ਰਹੇ ਨੇ, ਇੱਕ ਹੁੰਦਾ ਪੇਖਣਾ, ਇੱਕ ਹੁੰਦਾ ਦੇਖਣਾ। ਜਿੰਨੀ ਕਿਸੇ ਕੋਲ ਬੁੱਧੀ ਹੈ, ਉਹਨਾਂ ਕੁ ਆਪਾਂ ਉਹਨੂੰ ਸਮਝ ਸਕਦੇ ਹਾਂ, ਉਹਨਾਂ ਕੁ ਸੂਝਵਾਨ ਨਾਲ ਕੰਮ ਕਰ ਸਕਦੇ ਹਾਂ। ਇੱਕ ਹੁੰਦਾ ਦੇਖਣਾ, ਉਹ ਅੱਖਾਂ ਨਾਲ ਹੁੰਦਾ। ਪੇਖਣਾ ਹੁੰਦਾ ਬੁੱਧੀ ਨਾਲ। ਬਾਣੀ ਸਾਨੂੰ ਦਿਵ ਦ੍ਰਿਸ਼ਟੀ ਦਿੰਦੀ ਹੈ। ਗੁਰੂ ਸਾਹਿਬ ਤੋਂ ਜਿਹੜਾ ਗਿਆਨ ਸਾਨੂੰ ਪ੍ਰਾਪਤ ਹੁੰਦਾ, ਉਹ ਪਹਿਲਾ ਪਦਾਰਥ ਹੈ ਸਾਡਾ। ਚਾਰ ਪਦਾਰਥਾਂ 'ਚੋਂ ਉਹ ਪਹਿਲਾ ਪਦਾਰਥ, ਸ਼ੁਰੂਆਤ ਕਹਿ ਲਈਏ ਆਪਾਂ ਵੀ। ਅਸੀਂ ਗਿਆਨ ਦੇ ਸਮੁੰਦਰ ਦੇ ਵਿੱਚ ਵੜਨਾ ਹੈ। ਗ੍ਰੰਥ ਸਾਹਿਬ ਗੁਰੂ ਭਗਤਾਂ ਸਾਹਿਬਾਨਾਂ ਦਾ ਦਿੱਤਾ ਹੋਇਆ ਇੱਕ ਸੰਸਾਰ ਨੂੰ, ਇਹ ਗਿਆਨ ਦਾ ਸਮੁੰਦਰ ਹੈ। ਅਸੀਂ ਕਿਣਕਾ ਵੀ ਲੈ ਲਿਆ, ਸਾਡਾ ਜੀਵਨ ਸਫਲ ਹੋ ਜਾਣਾ ਵਾ। ਕਿਣਕਾ ਇੱਕ ਜੀਵ ਸਾਵ ਹੈ, ਤਾਂ ਕਿ ਮਹਿਮਾ ਕਰੀ ਨਾ ਆਵੇ। ਦੇਖਣਾ ਔਰ ਪੇਖਣਾ,
ਦੇਖਿਆ ਜਾਂਦਾ, ਅੱਖਾਂ ਨਾਲ ਵੇਖਿਆ ਜਾਂਦਾ ਹੈ, ਬੁੱਧੀ ਨਾਲ ਦੇਖਦੇ ਰਹੇ ਹਾਂ ਅਸੀਂ ਵੀ ਇੱਥੇ ਕਿਸੇ ਨਹੀਂ ਪੈ ਰਹਿਣਾ ਭਾਈ, ਸੰਸਾਰ ਸਾਰਿਆਂ ਨੇ ਚਲੇ ਜਾਣਾ, ਪਰ ਸਾਡਾ ਛੁਟਕਾਰਾ ਕਿਉਂ ਨਹੀਂ ਹੁੰਦਾ? ਸਾਡੇ ਕੋਲ ਦਿਵ ਦ੍ਰਿਸ਼ਟੀ ਨਹੀਂ। ਬਾਣੀ ਸਾਨੂੰ ਦਿਵ ਦ੍ਰਿਸ਼ਟੀ ਦਿੰਦੀ ਹੈ। ਆਨੰਦ ਸਾਹਿਬ ਸਤਿਗੁਰ ਸਮਝਾਉਂਦੇ ਨੇ, ਇਹ ਨੇਤਰ ਅੰਧ ਥੇ, ਸਤਿਗੁਰ ਮਿਲੀਏ ਦਿਵ ਦ੍ਰਿਸ਼ਟ ਹੋਈ। ਆਪਾਂ ਨੂੰ ਦਿਵ ਦ੍ਰਿਸ਼ਟੀ ਮਿਲਣੀ ਹੈ, ਜਿਹਦੇ ਨਾਲ ਆਪਾਂ ਨੂੰ ਤਿੰਨ ਲੋਕ ਮਾਇਆ ਦਾ ਗਿਆਨ ਹੋਣਾ ਵਾ, ਰਿੱਧ ਦਾ। ਮਾਇਆ ਪਾਰ ਕਰਨੀ, ਆਪਾਂ ਆਪਣੀ ਮੱਤ ਨਾਲ ਤਾਂ ਪਾਰ ਨਹੀਂ ਕਰ ਸਕਦੇ। ਤੁਮਰੀ ਕਿਰਪਾ ਤੇ ਮੋਹ ਮਾਨ ਛੂਟੇ, ਛੂਟ ਜਾਏ ਪਰਮਾਈ। ਉਹਦੀ ਕਿਰਪਾ ਰਹਿਮਤ ਲੈਣੀ ਆ ਭਾਈ, ਆਪਦੀ ਮੱਤ ਨਾਲ ਤਾਂ ਅਸੀਂ ਇਹ ਪਾਰ ਨਹੀਂ ਕਰ ਸਕਦੇ। ਪਾਰ ਉਹ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਆਤਮਾ ਦਾ ਪ੍ਰੀਤਮ ਹਰ ਉਹਦਾ ਮੂਲ, ਉਹ ਤਾਂ ਮਾਇਆ ਤੋਂ ਪਰੇ, ਉਹ ਤਾਂ ਮਾਇਆ ਦੇ ਵਿੱਚ ਆਉਂਦਾ ਨਹੀਂ ਹੈਗਾ। ਫਿਰ ਆਪਾਂ ਕਿਵੇਂ ਪਹੁੰਚਾਂਗੇ? ਉਹ ਤਾਂ ਆਪਾਂ ਪਹੁੰਚਾਂਗੇ ਉੱਥੇ ਗੁਰੂ ਸ਼ਬਦ ਦੇ ਗਿਆਨ ਨਾਲ। ਸਰੀਰ ਨੇ ਤਾਂ ਜਾਣਾ ਨਹੀਂ, ਜਿੱਥੇ ਲੇਖਾ ਮੰਗੀਏ ਤਿੱਥੇ ਦੇ ਜਾਤ ਨਾ ਜਾਏ। ਧਿਆਨ ਨੇ ਜਾਣਾ। ਜੇ ਪਹਿਲਾਂ ਆਪਾਂ ਨੂੰ ਗਿਆਨ ਹੋਊਗਾ, ਫਿਰ ਉਹੀ ਧਿਆਨ ਬਣ ਜਾਂਦਾ। ਧਿਆਨ ਤੋਂ ਬਾਅਦ ਫਿਰ ਆਰਾਧਨਾ ਹੁੰਦੀ ਹੈ, ਉਹੀ ਸਾਨੂੰ ਚੀਜ਼ ਪ੍ਰਾਪਤ ਹੁੰਦੀ ਹੈ ਜਿਹੜੀ ਅਸੀਂ ਵਸਤ ਨਾਲ ਕਹਿ ਲਓ ਪ੍ਰੇਮ ਕਰਦੇ ਹਾਂ। ਸਾਈਂ ਵਸਤ ਪ੍ਰਾਪਤ ਹੋਈ ਜਾਂ ਸਿਉ ਲਾਇਆ ਹੇਤ, ਇਹ ਖੇਤ ਸਰੀਰ ਬੀਜੇ ਸੋ ਆਣ ਖਲੋਏ। ਅੰਤ ਨੂੰ ਖੜਾ ਹੋ ਜਾਂਦਾ ਭਾਈ, ਉਹ ਜੋ ਅਸੀਂ ਬੀਜਾਂਗੇ ਸਾਨੂੰ ਲਾਸਟ ਨੂੰ ਉਹੀ ਚੀਜ਼ ਮਿਲਣੀ ਹੈ ਜਿਹਨੂੰ ਅਸੀਂ ਪ੍ਰੇਮ ਕੀਤਾ। ਉਹ ਦੁੱਖ ਮੰਨ ਲਓ, ਉਹਨੂੰ ਸੁੱਖ ਮੰਨ ਲਓ। ਜੇ ਆਪਾਂ ਇੱਧਰ ਨੂੰ ਆਉਂਦੇ ਹਾਂ, ਫਿਰ ਜਿਹੜੀ ਆਪਣੀ ਮਨ ਬੁੱਧੀ ਦੀ ਹੋਂਦ ਹੈ ਖਤਮ ਹੋ ਜਾਂਦੀ ਹੈ, ਆਤਮਾ ਪ੍ਰਾਤਮਾ 'ਚ ਲੈ ਹੋ ਜਾਂਦੀ ਹੈ, ਇਹਨੂੰ ਹਰ ਦਾ ਦਰਸ਼ਨ ਹੋ ਜਾਂਦਾ, ਇੱਕ ਹੋ ਜਾਂਦੇ ਨੇ। ਫਿਰ ਇੱਕ ਹੋਏ ਤਾਂ ਉਗਵੇ, ਇੱਕ ਤੋਂ ਬਾਅਦ ਤਾਂ ਫਿਰ ਇਹਦਾ ਖੇਲ ਸ਼ੁਰੂ ਹੁੰਦਾ, ਨਾਮ ਦੀ ਭਗਤੀ। ਫਿਰ ਇਹਨੇ ਹੁਕਮ ਦਾ ਦਰਸ਼ਨ ਕਰਨਾ, ਜਿਹਦੇ ਨਾਲ ਸ੍ਰਿਸ਼ਟੀ ਸਾਜੀ ਜਾਂਦੀ ਹੈ, ਹੁਕਮ ਨਾਲ, ਨਾਮ ਨਾਲ। ਉਹੀ ਭਗਤ ਜੀ ਸਮਝਾਉਂਦੇ ਨੇ, ਐਸੋ ਇਹ ਸੰਸਾਰ ਪੇਖਣਾ ਰਹਿਣ ਨਾ ਕੋ ਪਈਏ ਰੇ, ਸੁਧੇ ਸੁਧੇ ਰੇਗ ਚਲੋ ਤੁਮ ਨਤਰਕ ਧੱਕਾ ਦਵਈਏ ਰੇ। ਜੇ ਹੁਣ ਚੁੱਕ ਗਏ ਫਿਰ 84 ਲੱਖ ਜੂਨੀ ਨੂੰ, ਇੱਕ ਧੱਕਾ ਬਹੁਤ ਲੰਬਾ ਹੈ ਫਿਰ ਭਾਈ। ਜੋ ਨਾਰੇ ਪੌੜੀ ਤੇ ਚੁੱਕੇ ਜਨਮ ਮਰੇ ਦੁੱਖ ਪਾਇੰਦਾ, ਫਿਰ ਜੰਮਣ ਮਰਨ ਨੂੰ ਚਲੇ ਜਾਵਾਂਗੇ। ਬਹੁਤ ਸਜਾਏ ਦੇਸ਼ ਪਿਆ ਲੰਮੇ, ਫਿਰ ਲੰਬੇ ਦੇਸ਼ ਜੰਮਣ ਮਰਨ ਦੇ ਗੇੜ 'ਚ ਜੀਵਾਤਮਾ ਚਲੀ ਜਾਂਦੀ ਹੈ। ਪਤਾ ਨਹੀਂ, ਇਹ ਤਾਂ ਫਿਰ ਕੁਦਰਤ ਹੀ ਜਾਣਦੀ ਹੈ ਭਾਈ, ਜਿਹਦੇ ਹੁਕਮ 'ਚ ਇਹ ਵਿਚਰ ਰਿਹਾ ਵਾ। ਗੇੜਾ ਕੱਟ ਕੇ ਆਉਂਦਾ, ਜਿਹੜਾ ਪ੍ਰਿਤਪਾਲਕ ਹੈ ਤਾਂ ਉਹੀ ਜਾਣਦਾ ਵਾ। ਜਿੰਨੀ ਕੁ ਆਪਾਂ ਨੂੰ ਮੱਤ ਦਿੱਤੀ ਹੈ ਕੁਦਰਤ ਨੇ, ਆਪਾਂ ਤਾਂ ਉਨੀ ਕੀ ਵਿਚਾਰ ਸਕਦੇ ਹਾਂ। ਆਪਾਂ ਤਾਂ ਆਪਦੇ ਭਗਤ ਬਾਬਾ ਫਰੀਦ ਜੀ ਸਮਝਾਉਂਦੇ, ਆਪਣੀ ਗਰੀਬਾਨ ਮੇ ਸਿਰ ਨੀਵਾਂ ਕਰਦੇ। ਆਪਾਂ ਤਾਂ ਅੰਦਰ ਹੀ ਦਰਸ਼ਨ ਕਰਨਾ ਉਹਦਾ। ਪਹਿਲਾਂ ਜੇ ਆਪ ਕਰਾਂਗੇ ਫਿਰ ਹੀ ਦੂਏ ਨੂੰ ਸਮਝਾਵਾਂਗੇ। ਜੇ ਆਪ ਉੱਥੇ ਪਹੁੰਚਾਂਗੇ, ਆਪ ਜਪੇ ਅਵਰੇ ਨਾਮ ਜਪਾਵੇ, ਫਿਰ ਹੀ ਦੂਏ ਨੂੰ ਸਮਝਾ ਸਕਦੇ ਹਾਂ। ਬਾਣੀ ਵਿੱਚ ਹੁਕਮ ਸਤਿਗੁਰਾਂ ਦਾ ਪੜਿਆ ਹੋਵੇ ਗੁਨੇਗਾਰ ਤਾਂ ਉਮੀ ਸਾਧ ਨਾ ਮਾਰੀ। ਜਦ ਤੱਕ ਸਾਨੂੰ ਸਹੀ ਦਿਸ਼ਾ ਨਹੀਂ ਪਤਾ ਚੱਲਦੀ, ਅਸੀਂ ਆਪਦੇ ਘਰ ਨਹੀਂ ਪਹੁੰਚਦੇ, ਗੁਨਾਹਗਾਰ ਹੈ ਅਸੀਂ। ਗਲਤ ਗਾਈਡ ਕਿਸੇ ਨੂੰ ਕਰਦੇ ਹਾਂ, ਸਜ਼ਾ ਦੇ ਹੱਕਦਾਰ ਅਸੀਂ ਹਾਂ, ਸਾਨੂੰ ਮਿਲਦੀ ਹੈ। ਉਹ ਕੁਦਰਤ ਜਾਣੇ ਉਹਨੇ ਕਿਵੇਂ ਦੇਣੀ, ਇਹ ਤਾਂ ਉਹੀ ਜਾਣਦਾ। ਉਹੀ ਭਗਤ ਜੀ ਸਮਝਾਉਂਦੇ ਨੇ, ਸੁਧੇ ਸੁਧੇ ਰੇਗ ਚਲੋ ਤੁਮ ਨਤਰਕ ਧੱਕਾ ਦਵਈਏ ਰੇ। ਰਹਾਓ ਬਾਰੇ ਬੂਢੇ ਤਰਨੇ ਬਈਆ, ਸਬੂ ਜਮ ਲੈ ਜਾਈਏ ਰੇ, ਮਾਨਸ ਬਪਰਾ ਮੂਛਾ ਕੀਨੋ ਮੀਚ ਬਲਈਆ ਖਾਏ ਰੇ। ਮੌਤ ਛੱਡਦੀ ਨਹੀਂ ਭਾਈ। ਸਾਰੇ ਧਰਮ ਵੀ ਕਹਿੰਦੇ ਮੌਤ ਨੂੰ ਯਾਦ ਰੱਖੋ। ਮੌਤ ਯਾਦ ਰੱਖਣ ਨਾਲ ਫਿਰ ਕਿਹੜਾ ਛੁਟਕਾਰਾ ਹੋ ਜਾਂਦਾ ਭਾਈ? ਮੌਤ ਕੀ ਹੈ ਉਹਨੂੰ ਤਾਂ ਜਾਣਨਾ ਵਾ। ਬਾਣੀ ਤਾਂ ਮੰਨਦੀ ਨਹੀਂ ਹੈਗੀ, ਨਾ ਕਿਸ ਜਨਮੇ ਨਾ ਕਿਸ ਮਰੇ, ਆਪਣ ਚਲਤਾ ਆਪ ਹੀ ਕਰੇ। ਉਹੀ ਭਗਤ ਜੀ ਸਮਝਾ ਰਹੇ ਨੇ, ਬਾਰੇ ਬੂਢੇ ਤਰਨੇ ਭਈਆ, ਸਾਰਿਆਂ ਨੂੰ ਜੰਮ ਬੰਨ੍ਹ ਕੇ ਲੈ ਜਾਂਦਾ ਹੈ। ਬਿਰਧ ਪਿਓ ਸੋਝੇ ਨਹੀਂ, ਕਾਲ ਪਹੁੰਚਿਓ ਆਨ। ਜਪ ਲਾਂਗੇ ਨਾਮ ਕੋਈ ਨਹੀਂ, ਸਮਝ ਲਾਂਗੇ ਬਥੇਰਾ ਟਾਈਮ ਪਿਆ, ਜਨ ਸਮਾਂ ਆ ਜਾਂਦਾ। ਬਾਰੇ ਬੂਢੇ ਤਰਨੇ ਭਈਆ, ਸਬੂ ਜਮ ਲੈ ਜਾਈਏ ਰੇ, ਮਾਨਸ ਬਪਰਾ ਮੂਛਾ ਕੀਨੋ ਮੀਚ ਬਲਈਆ ਖਾਏ ਰੇ। ਮੀਚ ਮੌਤ ਬਿੱਲੀ ਰੂਪ ਚੂਹੇ ਨੂੰ ਨਹੀਂ ਛੱਡਦੀ। ਜੇ ਚੂਹਾ ਅੱਖਾਂ ਮੀਚ ਲੂ ਤਾਂ ਬਿੱਲੀ ਨੇ ਥੋੜ੍ਹੀ ਛੱਡ ਦੇਣਾ। ਜੇ ਅਸੀਂ ਕਾਲ ਕੰਨਿਓ ਅੱਖਾਂ ਮੀਚੀਆਂ ਸੰਸਾਰ ਕੰਨਿਓ, ਤਾਂ ਕਾਲ ਨੇ ਥੋੜ੍ਹੀ ਤੁਹਾਨੂੰ ਛੱਡ ਦੇਣਾ ਵਾ। ਇਹੀ ਤਾਂ ਆਪਾਂ ਪ੍ਰਾਪਤੀ ਕਰਨੀ। ਉਹੀ ਪਹਿਲਾ ਪੱਖ ਸਤਿਗੁਰਾਂ ਨੇ ਸਮਝਾਇਆ, ਕਿਵੇਂ ਛੱਡਣਾ, ਇਹ ਕਿਵੇਂ ਇਹਦਾ ਤਿਆਗ ਕਰਨਾ, ਵਿਧੀ ਹੈ ਬਾਣੀ। ਫਾਸਣ ਕੀ ਵਿਧ ਸਭ ਕੋ ਜਾਣੇ, ਛੁੱਟਣ ਕੀ ਇੱਕੋ ਹੀ। ਫਸਣ ਦੀ ਤਾਂ ਆਪਾਂ ਸਾਰੀ ਜਾਣਦੇ, ਉਹਦਾ ਕੀ ਵਿਚਾਰ ਕਰਨੀ, ਛੁੱਟਣਾ ਆਪਾਂ ਕਿਵੇਂ, ਉਹਦੀ ਵਿਚਾਰ ਕਰਨੀ ਆਪਾਂ। ਮਾਨਸ ਬਪਰਾ ਮੂਛਾ ਕੀਨੋ ਮੀਚ ਬਲਈਆ ਖਾਈਏ ਰੇ, ਧਨਵੰਤਾ ਔਰ ਨਿਰਧਨ ਮੰਨੀ, ਤਾਂ ਕੀ ਕਛੂ ਨ ਕਾਨੀ ਰੇ, ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਵਡਾਨੀ। ਐਸੀ ਕਾਲ ਦੀ ਵਡਿਆਈ ਹੈ ਭਾਈ। ਰਾਜਾ ਵੀ ਹੋਵੇ, ਪਰਜਾ ਵੀ ਹੋਵੇ, ਉਹ ਬਖਸ਼ਦਾ ਹੀ ਨਹੀਂ ਹੈਗਾ। ਧਨਵੰਤਾ ਹੋਵੇ, ਨਿਰਧਨ ਹੋਵੇ, ਫਿਰ ਕੀ ਖੱਟਿਆ ਅਸੀਂ? ਜੇ ਬੜੇ ਬੜੇ ਰਾਜ ਪਾਟ, ਉੱਚੀ ਪਦਵੀਆਂ, ਉੱਚੇ ਰੁਤਬੇ ਵੀ ਪ੍ਰਾਪਤ ਕਰ ਲਏ, ਤਾਂ ਖੱਟਿਆ ਕੀ? ਕਾਲ ਨੇ ਤਾਂ ਚਪੇੜ ਬਰਾਬਰੀ ਮਾਰੀ। ਉਹੀ ਤਾਂ ਬਾਣੀ ਆਪਾਂ ਨੂੰ ਬਾਰ-ਬਾਰ ਸਮਝਾਉਂਦੀ ਹੈ, ਅਨੇਕਾਂ ਉਪਦੇਸ਼ ਦੇ ਕੇ ਵੀ ਸਾਨੂੰ ਸਮਝਾਉਂਦੀ ਹੈ। ਇੱਕ ਪੰਕਤੀ ਨੇ ਤਾਂ ਸਮਝ ਨਹੀਂ ਆਉਂਦੀ, ਆਪਾਂ ਨੂੰ ਕਈ ਪੰਕਤੀਆਂ ਇਕੱਠੀਆਂ ਕਰਕੇ ਫਿਰ ਕਿਤੇ ਮਨ ਬੁੱਧੀ ਨੂੰ ਸਮਝ ਆਉਂਦੀ ਹੈ ਵੀ ਜਿਹੜੀ ਇਹ ਖੇਲ ਹੈ ਕੀ ਹੈ।
ਸਾਡੀ ਤਾਂ ਹੈ ਹੀ ਨਹੀਂ ਗੀ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ, ਆਪ ਸਭ ਤੇ ਅਲਪ ਤੁਰੇ, ਆਪ ਮਾਇਆ ਤੋਂ ਪਰੇ ਹੈ। ਇਹ ਉਹਦਾ ਖੇਲ ਹੈ। ਸੰਸਾਰੀ ਰਸ ਕਸ ਵੀ ਮਾਣਦੇ ਉਹ ਵੀ ਉਹਦੀ ਮਰਜ਼ੀ ਹੈ। ਆਤਮ ਗਿਆਨ ਹੋਣਾ ਉਹ ਵੀ ਉਹਦੀ ਮਰਜ਼ੀ ਹੈ। ਜੇ ਦੋਹਾਂ ਸਿਰਿਆਂ ਕਾ ਆਪ ਸੁਆਮੀ ਹੈ ਤਾਂ ਜੀਵ ਕੀ ਕਰ ਸਕਦਾ? ਜੀਵ ਤਾਂ ਬੇਨਤੀ ਕਰ ਸਕਦਾ। ਉਹੀ ਸਤਿਗੁਰਾਂ ਨੇ ਸਮਝਾਇਆ ਆਪਾਂ ਨੂੰ ਦੂਏ ਪੱਖ 'ਚ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਪਰ ਇੱਧਰੋਂ ਜੇ ਕੰਮ ਮੁੱਕੂ ਫੇਰ ਹੀ ਸ਼ਰਨ ਜਾਵਾਂਗੇ। ਸ਼ਰਨ ਤਾਂ ਉਦੋਂ ਜਾਈਦਾ ਜਦੋਂ ਬਾਹਰਲਾ ਕੰਮ ਨਿਬੜ ਜਾਵੇ। ਉਹ ਤਾਂ ਦੇਵਲੋਕ ਹੈ, ਗੁਰਦੇਵ ਦੀ ਸ਼ਰਨ ਤਾਂ ਫਿਰ। ਭਗਤ ਕਬੀਰ ਜੀ ਆਪਾਂ ਨੂੰ ਇਹ ਸਮਝਾਉਂਦੇ ਆ, ਮੋਹਿ ਮਰਨੇ ਕਾ ਚਾਉ ਹੈ, ਮਰੂ ਤੋਂ ਹਰ ਕੇ ਦੁਆਰ। ਉਹੀ ਹਰਿਦੁਆਰ ਤਾਂ ਪਹੁੰਚਣਾ ਆਪਾਂ, ਪਰ ਉੱਥੇ ਧਿਆਨ ਨਹੀਂ ਜਾਣਾ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਹਰ ਕੇ ਸੇਵਕ ਜੋ ਹਰ ਪਾਏ, ਤਿਨਕੀ ਕਥਾ ਨਰਾਰੀ ਰੇ, ਆਵੇ ਨ ਜਾਏ ਕਬਹੂ ਮਰਤੇ ਪਾਰ ਬ੍ਰਹਮ ਸੰਗਾਰੇ। ਆ ਦੇਖੋ ਭਗਤ ਜੀ ਸਮਝਾ ਰਹੇ ਨੇ ਜਿਹੜੇ ਹਰ ਕੇ ਸੇਵਕ ਨੇ। ਹਰ ਕੇ ਸੇਵਕ ਕੌਣ ਨੇ? ਜਿਹੜੇ ਗੁਰੂ ਭਗਤਾਂ ਦਰਸਾਏ ਰਾਹ ਤੇ ਚੱਲਦੇ ਨੇ, ਬਾਣੀ ਨੂੰ ਸਤ ਕਰਕੇ ਮੰਨਦੇ ਨੇ, ਜਿਹੜੇ ਜਮਾਂ ਤੋਂ ਖਹਿੜਾ ਛਡਾ ਲੈਂਦੇ ਨੇ। ਇਹ ਭਗਤੀ ਕਰਕੇ ਉਹ ਹਰ ਕੇ ਸੇਵਕ ਨੇ। ਉਹ ਉਹਦੇ ਸੰਗ ਰਲ ਜਾਂਦੇ ਨੇ, ਉਹ ਫਿਰ ਜੰਮਣ ਮਰਨ 'ਚ ਨਹੀਂ ਆਉਂਦੇ। ਹਰ ਕੇ ਸੇਵਕ ਜੋ ਹਰ ਭਾਏ, ਤਿਨਕੀ ਕਥਾ ਨਰਾਰੀ। ਉਹ ਵੱਖਰੀ ਗੱਲ ਹੈ। ਇਹ ਮਾਰਗ 'ਤੇ ਚੱਲਣ ਵਾਲਿਆਂ ਨੂੰ ਇਸ ਖੇਲ ਦੀ ਸਮਝ ਆਉਂਦੀ ਹੈ। ਜੇ ਹੁਣ ਡਾਕਟਰ ਵਕੀਲ ਨਾ ਵੈਸੇ ਤਾਂ ਵਕੀਲ ਦਾ ਵਿਸ਼ਾ ਅਲੱਗ ਹੈ, ਡਾਕਟਰ ਦਾ ਵਿਸ਼ਾ ਅਲੱਗ ਹੈ। ਇਵੇਂ ਇਹ ਧਰਮ ਦਾ ਵਿਸ਼ਾ ਅਲੱਗ ਹੈ। ਇੱਥੇ ਜੰਮਣ ਮਰਨ ਤੋਂ ਛੁਟਕਾਰਾ ਆਉਣਾ, ਅਸੀਂ ਮਾਇਆ ਮੰਗਦੇ ਹਾਂ। ਬਾਣੀ ਕਹਿੰਦੀ ਹੈ ਸੰਕਟ ਤੇਰੇ ਤੇ ਆ ਰਿਹਾ, ਸਰੀਰ ਛੱਡਣਾ ਵਾ। ਇਹ ਮਾਇਆ ਦੇ ਗੀਤ ਗਾਉਂਦਾ ਵਾ। ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਧ ਸੰਭਾਲੇ। ਉਹ ਮਾਇਆ ਦੀ ਔਖੀ ਘੜੀ ਨਹੀਂ ਭਾਈ, ਉਹ ਤਾਂ ਸਾਰਿਆਂ ਨੂੰ ਹੀ ਦਿੰਦਾ ਵਾ। ਜਾਨਵਰ ਕਿਹੜਾ ਤੀਰਥ ਕਰਦੇ ਨੇ, ਉਹਨਾਂ ਦੀ ਵੀ ਪਾਲਣਾ ਕਰਦਾ ਹੈ। ਕਿੰਨੀ ਵਾਰ ਬਾਣੀ ਨੇ ਸਮਝਾਇਆ ਆਪਾਂ ਨੂੰ ਅਨੇਕਾਂ ਉਪਦੇਸ਼ ਦੇ ਕੇ। ਦਿੰਦਾ ਦੇ ਲੈਂਦੇ ਥਕ ਪਾਏ, ਜੁਗਾਂ ਜਗੰਤਰ ਖਾਈ ਖਾਏ। ਦੱਦਾ ਦਾਤਾ ਏਕ ਹੈ, ਸਭ ਕੋ ਦੇਵਨਹਾਰ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਨਾਨਕ ਚਿੰਤਾ ਮਤ ਕਰੋ, ਚਿੰਤਾ ਤੈਸੀ ਹੈ। ਜੇ ਵਿਚਾਰਾਂਗੇ ਫੇਰ ਹੀ ਸਾਨੂੰ ਇਹ 'ਚੋਂ ਗਿਆਨ ਪ੍ਰਾਪਤ ਹੋ। ਉਹ ਗਿਆਨ ਨਹੀਂ ਮਨ ਟਿਕਣਾ ਵਾ, ਗਿਆਨ ਕਾ ਬੱਧਾ ਮਨ ਰਹੇ। ਪਰ ਅਸੀਂ ਪ੍ਰੈਕਟੀਕਲ ਨਹੀਂ ਕਰਦੇ ਹੈਗੇ। ਹਰ ਇੱਕ ਚੀਜ਼ ਨੂੰ ਐਂ ਭਾਲਦੇ ਜਿਵੇਂ ਦੁਕਾਨ ਤੋਂ ਜਾ ਕੇ ਅਸੀਂ ਕੋਈ ਖਰੀਦ ਕੇ ਲੈ ਆਉਣੀ ਹੁੰਦੀ ਹੈ। ਬਾਰ ਬਾਰ ਬਾਣੀ ਕਹਿ ਰਹੀ ਹੈ ਨਾਨਕ ਨਾਮ ਅਮੋਲ ਅਮੋਲ ਹੈ। ਅੱਖਾਂ ਕੰਨਾਂ ਦਾ ਵਿਸ਼ਾ ਹੀ ਨਹੀਂ, ਸਾਡੀ ਬੁੱਧੀ ਦਾ ਵਿਸ਼ਾ ਹੀ ਨਹੀਂ ਹੈਗਾ। ਫਿਰ ਵੀ ਅਸੀਂ ਆਪਦੇ ਆਪ ਨੂੰ ਪੂਰਨ ਮੰਨਦੇ ਹਾਂ, ਸਰੀਰ ਕਰਕੇ ਭੇਖ ਕਰਕੇ ਪੂਰਨ ਮੰਨਦੇ ਹਾਂ। ਉਹੀ ਤਾਂ ਭਾਈ ਕਾਲ ਹੈ, ਸਗਲ ਕਾਲ ਕਾ ਕੀਆ ਤਮਾਸਾ। ਉਹ ਹਰ ਕੇ ਸੇਵਕ ਨੇ ਭਾਈ, ਉਹੀ ਗੁਰਸਿੱਖ ਨੇ ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲਦੇ। ਤਿਨਕੀ ਕਥਾ ਨਰਾਰੀ ਰੇ, ਉਹ ਵੱਖਰੀ ਹੈ ਸੰਸਾਰ ਤੋਂ। ਜਿਹੜੇ ਰਾਹ 'ਤੇ ਚੱਲਣਗੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ। ਬ੍ਰਹਮ ਗਿਆਨ ਮਾਰਗ 'ਤੇ ਚੱਲਣ ਵਾਲੇ ਉਹੀ ਸਮਝਣਗੇ ਭਾਈ ਇਹਨੂੰ। ਅੱਗੇ ਭਗਤ ਜੀ ਕੀ ਸਮਝਾਉਂਦੇ ਨੇ? ਪੁੱਤਰ ਕਲੱਤਰ ਲਸਮੀ ਮਾਇਆ, ਇਹ ਤਜੋ ਜੀ ਜਾਨੀ ਰੇ, ਕਹਿਤ ਕਬੀਰ ਸੁਨੋ ਰੇ ਸੰਤੋ, ਮਿਲੇ ਸਾਰੰਗ ਪਾਣੀ ਰੇ। ਆ ਗਿਆ ਨਾ ਸਾਰ, ਸਾਰੇ ਸ਼ਲੋਕ ਦਾ ਭਗਤ ਕਬੀਰ ਜੀ ਦਾ ਇਹ ਸਾਰ ਆ ਗਿਆ ਵੀ ਘਰ ਬਾਰ ਨਹੀਂ ਛੱਡ ਕੇ ਜਾਣਾ। ਪਿੱਛੇ ਆਪਾਂ ਪ੍ਰਚਲਿਤ ਮੱਤਾਂ ਜਿੰਨੀਆਂ ਆਪਣੀ ਸਮਝ 'ਚ ਆਈਆਂ ਨੇ, ਜੋ ਲੋਕ ਕਰਦੇ ਨੇ ਹੁਣ ਵੀ ਕਰਦੇ ਰਹਿਣਗੇ, ਜਦ ਤੱਕ ਸੰਸਾਰ ਚੱਲਦਾ ਹੈ ਕਰਦੇ ਹੀ ਰਹਿਣਗੇ। ਇਹ ਖੇਲ ਹੈ ਭਾਈ, ਉਹਦਾ ਕੀ ਕਰ ਸਕਦਾ ਕੋਈ। ਇਹ ਤਾਂ ਆਪਾਂ ਸਵਾਰਨਾ, ਆਪਣਾ ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਬਾਣੀ ਬਾਰ ਬਾਰ ਸਾਨੂੰ ਸਮਝਾਉਂਦੀ ਹੈ, ਸਲਾਹ ਦਿੰਦੀ ਹੈ। ਉਹੀ ਭਗਤ ਜੀ ਨੇ ਸਮਝਾਇਆ, ਪੁੱਤਰ ਕਲੱਤਰ ਲਸਮੀ ਮਾਇਆ, ਇਹ ਤਜੋ ਜੀ ਜਾਨੀ ਰੇ। ਤਜੋ ਤੋਂ ਭਾਵ ਕਿਵੇਂ ਛੱਡਣੀ ਹੈ, ਇਹਨੂੰ ਜਾਣਨਾ ਮਾਂ ਜੀ। ਇਹਨੂੰ ਅਸੀਂ ਪ੍ਰੇਮ ਕਰਦੇ ਹਾਂ ਸੰਸਾਰ ਨੂੰ, ਤਾਂ ਕਿਵੇਂ? ਉਹੀ ਤਾਂ ਬਾਣੀ ਵਿਧੀ ਹੈ, ਕਿਵੇਂ ਛੁਟਕਾਰਾ ਹੋਵੇ। ਤੁਮਰੀ ਕਿਰਪਾ ਤੇ ਮੋਹ ਮਨ ਛੁੱਟੇ, ਛੁੱਟ ਜਾਏ ਪਰਮਾਈ ਦਾਤਾ। ਜਦੋਂ ਕਿਰਪਾ ਰਹਿਮਤ ਕਰਦਾ ਤੂੰ, ਕੋਈ ਵੀ ਜੀਵ ਤੇਰੇ ਅੱਗੇ ਬੇਨਤੀ ਕਰਦਾ ਹੈ। ਜਿਹੜੇ ਸੰਸਾਰ ਦੇ 3 ਤਾਪ ਨੇ, ਇਹਨੂੰ ਅੰਦਰ ਬਣੇ ਰਹਿੰਦੇ ਨੇ। ਤਾਂ ਕਿ ਤਾਪ ਤਨਕ ਮੈਂ ਹਰਿਓ, ਰਿਦ ਸਿਧ ਕਰਮੋ ਸਭ ਹੋਈ, ਦੁਸ਼ਟ ਸਾਹ ਸਵੈ ਸਕੇ ਨਾ ਕੋਈ। ਇੱਕ ਵਾਰ ਜਿਨ ਤੁਮੇ ਸਵਾਰਾ। ਚੌਪਈ ਸਤਿਗੁਰਾਂ ਨੇ ਸਮਝਾਇਆ, 10ਵੇਂ ਪਾਤਸ਼ਾਹ ਨੇ। ਜਿਹੜੇ ਉਹਦੀ ਸ਼ਰਨ ਪੈਂਦੇ ਆ ਉਹਨਾਂ 'ਤੇ ਕਿਰਪਾ ਰਹਿਮਤ ਹੁੰਦੀ ਹੈ। ਉਹੀ ਭਗਤ ਜੀ ਸਮਝਾਉਂਦੇ ਨੇ, ਪੁੱਤਰ ਕਲੱਤਰ ਲਸਮੀ ਮਾਇਆ, ਇਹ ਤਜੋ ਜੀ ਜਾਨੀ ਰੇ, ਕਹਿਤ ਕਬੀਰ ਸੁਨੋ ਰੇ ਸੰਤੋ। ਸੰਸਾਰੀ ਸੰਤਾਂ ਨੂੰ, ਸੰਸਾਰੀ ਧਰਮਾਂ ਨੂੰ ਸਮਝਾ ਰਹੇ ਨੇ। ਸਮਦ੍ਰਿਸ਼ਟੀ ਹੈ ਨਾ ਬਾਣੀ, ਸਾਰਿਆਂ ਦਾ ਭਲਾ ਚਾਹੁੰਦੀ ਹੈ। ਜਿਹਨੇ ਛੱਡਣਾ ਹੁੰਦਾ ਉਹਨੂੰ ਵੀ ਬੁਰਾ ਲੱਗਦਾ ਹੈਗਾ। ਜਿਵੇਂ ਨਸ਼ਾ ਵਾਲਾ ਬੰਦਾ ਵੀ ਆ, ਜੀ ਨਸ਼ੇ ਵਾਲੇ ਬੰਦੇ ਨੂੰ ਆਪਾਂ ਸਮਝਾਉਂਦੇ ਹਾਂ, ਕਹਿੰਦੇ ਹਾਂ ਪ੍ਰੇਮ ਨਾਲ। ਜੇ ਉਹਨੇ ਚੀਜ਼ ਛੱਡਣੀ ਹੈ ਫਿਰ ਨਹੀਂ ਉਹਨੂੰ ਬੁਰਾ ਲੱਗਦਾ, ਜੇ ਉਹਨੇ ਨਹੀਂ ਛੱਡਣੀ ਫਿਰ ਬੁਰਾ ਲੱਗਦਾ ਵਾ। ਇਵੇਂ ਜਿਹੜਾ ਮੋਹ ਮਾਇਆ ਦਾ ਨਸ਼ਾ ਹੈ ਨਾ ਸੰਸਾਰ ਦਾ, ਸਰੀਰ ਦਾ, ਇਹ ਵਿਕਾਰਾਂ ਦਾ, ਇੱਕ ਬਹੁਤ ਵੱਡਾ ਨਸ਼ਾ ਹੈ।
ਇਹਦੇ ਵਿੱਚ ਹੀ ਇਹ ਸਾਰਾ ਜੀਵਨ ਖਰਾਬ ਕਰ ਲੈਂਦਾ। ਉਹੀ ਸਤਿਗੁਰੂ ਸਮਝਾ ਰਹੇ ਨੇ, ਕਾਮ ਕ੍ਰੋਧ ਔਰ ਲੋਭ ਉਹ ਬਿਨ ਸਜਾਏ ਹੈ ਬੇਬ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਹੈ ਗੁਰਦੇਵ ਗਿਆਨ ਦੇ ਦੇਵ, ਕਿਰਪਾ ਰਹਿਮਤ ਕਰ, ਇਹ ਜਮਾਂ ਤੋਂ ਖਹਿੜਾ ਛੁੱਟ ਜਾਏ। ਆਪਦੀ ਮੱਤ ਨਹੀਂ ਸੁੱਟਦਾ ਹੁੰਦਾ ਤਾਂ ਗੁਰੂ ਸਾਹਿਬ ਕਿਉਂ ਸਮਝਾਉਂਦੇ ਆਪਾਂ ਨੂੰ, ਕਿਉਂ ਇੰਨੀ ਬਾਣੀ ਦਿੱਤੀ? ਪਰ ਅਸੀਂ ਕਦੇ ਵਿਚਾਰਿਆ ਹੀ ਨਹੀਂ। ਤਾਂ ਸਤਿਗੁਰਾਂ ਨੂੰ ਉਪਦੇਸ਼ ਕਰਦੇ ਹਾਂ ਗੁਰੂ ਘਰ ਜਾ ਕੇ। ਸਤਿਗੁਰੂ ਭਗਤ ਜੀ ਸਮਝਾਉਂਦੇ ਆ, ਕਹਿਤ ਕਬੀਰ ਸੁਨੋ ਰੇ ਸੰਤੋ, ਮਿਲੇ ਸਾਰੰਗ ਪਾਣੀ ਰੇ। ਸੰਤਾਂ ਨੂੰ ਸੰਸਾਰੀ ਮੱਤਾਂ ਨੂੰ ਸਮਝਾ ਰਹੇ ਨੇ, ਸਾਰੰਗ ਬਬੀਹੇ ਨੂੰ, ਇਵੇਂ ਮਨ ਬੁੱਧੀ ਨੂੰ ਫਿਰ ਉਹ ਨਾਮ ਰੂਪੀ ਜਲ ਮਿਲਦਾ ਹੈ, ਜਿਹੜੀ ਇਹਦਾ ਤਿਆਗ ਕਰਦੇ ਨੇ। ਇਹ ਦੋ ਹੀ ਪੱਖ ਆਪਾਂ ਨੂੰ ਸਮਝਾਏ ਸਤਿਗੁਰਾਂ ਨੇ। ਹੁਣ ਇਹ ਪਹਿਲਾ ਪਦਾ ਸ਼ੁਰੂ ਹੁੰਦਾ, ਆਪਾਂ ਇਹਦੀ ਵਿਚਾਰ ਸ਼ੁਰੂ ਕਰਦੇ ਹਾਂ। ਜੈ ਪ੍ਰਸਾਦ ਸੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰਖ ਮਨ ਮਾਏ। ਪਦਾਰਥਾਂ ਨਾਲ ਜੁੜ ਜਾਂਦੇ ਹਾਂ ਅਸੀਂ। ਸੰਸਾਰੀ ਜੀਵ ਹੈ, ਸਾਡੇ ਵੱਸ ਦਾ ਰੋਗ ਹੀ ਨਹੀਂ, ਅਸੀਂ ਇਹਨੂੰ ਤਿਆਗ ਕਰ ਦਈਏ। ਸੱਚ ਦੇ ਗਿਆਨ ਤੋਂ ਬਾਅਦ ਫਿਰ ਸਾਡਾ ਤਿਆਗ ਸ਼ੁਰੂ ਹੁੰਦਾ। ਗਿਆਨ ਪਿਆ ਤਾਂ ਕਰਮੇ ਨਾਸ, ਭਗਤ ਕਬੀਰ ਜੀ ਸਮਝਾਉਂਦੇ, ਜਦ ਤੱਕ ਕਰਮ ਨਾਸ ਨਹੀਂ ਹੁੰਦਾ, ਜੀਵ ਨੂੰ ਗਿਆਨ ਨਹੀਂ ਹੁੰਦਾ, ਕਰਮ ਨਾਸ ਨਹੀਂ ਹੁੰਦਾ। ਜਦ ਤੱਕ ਮਨ ਮੰਨਦਾ ਮੈਂ ਕੁਝ ਕਰਦਾ ਹਾਂ, ਜਦ ਤੱਕ ਮਨ ਦੀ ਹੋਂਦ ਖਤਮ ਨਹੀਂ ਹੁੰਦੀ, ਗਿਆਨ ਨਹੀਂ ਪੈਦਾ ਹੁੰਦਾ। ਇਹ ਗਿਆਨ ਨਾਲ ਹੀ ਸਾਡਾ ਛੁਟਕਾਰਾ ਹੋਣਾ। ਉਪਜਿਆ ਸਹਿਜ ਗਿਆਨ ਮਤ ਜਾਗੀ, ਭਗਤ ਕਬੀਰ ਜੀ ਸਮਝਾਉਂਦੇ, ਜਦੋਂ ਮਨ ਫਿਰ ਟਿਕਣ ਲੱਗਦਾ ਹੈ ਗੁਰਸ਼ਬਦ ਦੇ ਗਿਆਨ ਨਾਲ, ਫਿਰ ਸਹਿਜ ਵਸਤਾ ਚਲਿਆ ਜਾਂਦਾ, ਫਿਰ ਇਹ ਗਿਆਨ ਮਤ ਜਾਗਦੀ ਆ। ਪਰ ਰਹਿਰਾਸ ਵੀ ਰੋਜ਼ ਪੜ੍ਹਦੇ ਹਾਂ ਭਾਈ। ਗੁਰਸਾਖੀ ਜੋਤ ਪ੍ਰਗਟ ਹੋਏ, ਗੁਰ ਦੀ ਸਿੱਖਿਆ ਲੈਂਦੇ ਰਹਿਣਾ, ਸ਼ਬਦ ਵਿਚਾਰ 'ਚ ਲੱਗੇ ਰਹਿਣਾ, ਸੁਣਦੇ ਰਹਿਣਾ। ਇਹ ਪ੍ਰਾਪਤੀ ਨਾ ਹੋਵੇ ਕਦੇ ਵੀ ਨਹੀਂ ਹੋ ਸਕਦਾ। ਪਰ ਅਸੀਂ ਪ੍ਰੈਕਟੀਕਲ ਨਹੀਂ ਕਰਦੇ। ਅਸੀਂ ਦੂਜਿਆਂ ਨੂੰ ਉਪਦੇਸ਼ ਜ਼ਰੂਰ ਕਰਦੇ ਹਾਂ, ਨਹੀਂ ਇਹ ਨਹੀਂ ਕਰਨਾ, ਜੀਵਨ ਖਰਾਬ ਹੋ ਜਾਂਦਾ, ਜਦੋਂ ਸਮਾਂ ਨਿਕਲ ਜਾਂਦਾ ਭਾਈ। ਜੈ ਪ੍ਰਸਾਦ ਸੱਤੀ ਅੰਮ੍ਰਿਤ ਖਾਏ, ਤਿਸ ਠਾਕਰ ਕੋ ਰਖ ਮਨ ਮਾਏ। ਭਾਈ ਮਨ 'ਚ ਉਹਨੂੰ ਕਿਵੇਂ ਰੱਖਾਂਗੇ? ਇਸ ਦਾ ਪਦਾਰਥਾਂ ਨਾਲ ਜੁੜੇ ਹੋਏ। ਬਾਣੀ ਉਪਦੇਸ਼ ਕਰਦੀ ਉਹ ਠਾਕਰ ਨੇ, ਜਿਹਨੇ ਬਣਾਏ ਨੇ, ਉਹਦਾ ਵੀ ਗਿਆਨ ਕਰਾ ਰਹੀ ਹੈ ਬਾਣੀ। ਦੋ ਹੀ ਪੱਖ ਤਾਂ ਸਮਝਾ ਰਹੀ ਹੈ। ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ। ਅੱਗੇ ਸਤਿਗੁਰ ਸਮਝਾਉਂਦੇ ਆ, ਜੈ ਪ੍ਰਸਾਦ ਸੁਗੰਧਤ ਤਨ ਲਾਵੇ, ਤਿਸ ਕੋ ਸਿਮਰਤ ਪਰਮਗਤ ਪਾਵੇ। ਸੰਸਾਰੀ ਸੁਗੰਧੀਆਂ ਵੀ ਲਾਉਨੇ ਆ ਸਰੀਰ ਨੂੰ, ਬਾਹਰਲੇ ਸਰੀਰ ਨੂੰ ਲਾਉਨੇ ਆ, ਪਰ ਇਹ ਸੁਗੰਧਤ ਜਿਹੜੀ ਹੈਗੀ ਸ਼ਬਦ ਦਾ ਗਿਆਨ, ਜਿਵੇਂ ਚੰਦਨ ਦੀ ਖੁਸ਼ਬੂ ਹੈ, ਉਹਨੂੰ ਕੌਣ ਰੋਕ ਸਕਦਾ ਹੈ? ਫੁੱਲ ਨੇ, ਉਹਨਾਂ ਦੀ ਖੁਸ਼ਬੂ ਨੂੰ ਕੌਣ ਰੋਕ ਸਕਦਾ ਹੈ? ਇਵੇਂ ਬਾਣੀ ਦਾ ਜਿਹੜਾ ਗਿਆਨ ਹੈ, ਇਹਨੂੰ ਕੌਣ ਰੋਕ ਸਕਦਾ ਹੈ? ਤਹਿ ਗੁਣ ਕਾ ਨਹੀਂ ਪ੍ਰਵੇਸ਼, ਆਪਸ ਕੋ ਆਪੇ ਆਦੇਸ਼। ਅੱਗੇ ਆ ਜਾਣਾ ਆਪਾਂ ਨੂੰ। ਜਿਹੜੇ ਮਨ ਬੁੱਧੀ ਨੂੰ ਬੰਨ੍ਹ ਲੈਂਦੇ ਨੇ, ਉਹਦੇ ਅੰਦਰ ਮਾਇਆ ਪ੍ਰਵੇਸ਼ ਹੀ ਨਹੀਂ ਕਰਦੀ, ਤਿੰਨ ਲੋਕ ਪਾਰ ਕਰ ਜਾਂਦੇ ਨੇ। ਉਹ ਰਜ ਗੁਣ ਸਤਗੁਣ ਤਮ ਗੁਣ ਕਹੀਏ, ਇਹ ਸਭ ਤੇਰੀ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ, ਤਿਨ ਹੀ ਪਰਮ ਪਦ ਪਾਇਆ। ਉਹ ਪ੍ਰਾਪਤੀ ਕਰ ਲੈਂਦੇ ਆ ਭਾਈ। ਮਾਇਆ ਉਹਦੇ ਅੰਦਰ ਪ੍ਰਵੇਸ਼ ਹੀ ਨਹੀਂ ਕਰਦੀ। ਨਹੀਂ ਜੇ ਅਸੀਂ ਆਪਣੀ ਮੱਤ ਨਾਲ ਚੱਲਦੇ ਹਾਂ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸੇ, ਉਸਤਤ ਨਿੰਦਾ ਕੰਨ ਸੁਣ ਰੋਬਣ ਪੈ ਹਾਸੇ। ਸਵਾਦੀ ਜੀਵ ਨ ਰੱਜੀਆਂ ਕਰ ਭੋਗ ਵਿਲਾਸੇ, ਰੱਜ ਨ ਕੋਈ ਜੀਵਿਆ ਕੂੜੇ ਪਰਵਾਸੇ। ਪੀਰ ਮੁਰੀਦਾ ਪਿਰਹੜੀ ਸੱਚੀ ਰਹਿ ਰਾਸੇ। ਸੱਚ ਦੇ ਗਿਆਨ ਤੋਂ ਬਿਨਾਂ ਸਾਡਾ ਛੁਟਕਾਰਾ ਨਹੀਂ ਹੋਣਾ। ਇਹ ਅੱਖਾਂ ਰੱਜਦੀਆਂ ਨਹੀਂ ਭਾਈ ਦੇਖ ਕੇ, ਨਾ ਕੰਨ ਸੁਣ ਕੇ ਰੱਜਦੇ ਨੇ। ਜੈ ਪ੍ਰਸਾਦ ਤੋਂ ਭਾਵ ਉਹਦੀ ਕਿਰਪਾ ਰਹਿਮਤ, ਗਿਆਨ ਦੀ ਦਾਤ ਵੀ ਉਹਦੀ ਹੈ, ਸਰੀਰ ਵੀ ਉਹਦੀ ਕਿਰਪਾ ਹੈ। ਸਰੀਰ ਕਰਕੇ ਵੀ ਖੁਰਾਕ ਉਹਦੀ, ਆਤਮਾ ਕਰਕੇ ਵੀ ਉਹਦੀ, ਦੋਹਾਂ ਪੱਖਾਂ ਦਾ ਮਾਲਕ ਆਪ ਹੈ। ਇਹ ਪਰਮ ਗਤੀ ਆਪਾਂ ਪਾਉਣੀ ਹੈ। ਪਰਮ ਗਤੀ ਆਤਮਾ ਦੀ ਹੋਣੀ, ਆਪਾਂ ਸਰੀਰ ਦੀ ਕਰੀ ਜਾਂਦੇ ਹਾਂ। ਸਰੀਰ ਨੂੰ ਤਾਂ ਸੋਧਣਾ ਵਾ, ਉਹਨੂੰ ਆਪਾਂ ਗਤੀ ਕਹਿਣ ਲੱਗ ਗਏ। ਉਹ ਆਪੋ ਆਪਦੇ ਧਰਮ ਅਨੁਸਾਰ ਲੋਕ ਸੋਧਦੇ ਨੇ। ਕੋਈ ਦਫਨਾ ਦਿੰਦਾ ਹੈ, ਕੋਈ ਅਗਨੀ ਭੇਟਾ ਕਰ ਦਿੰਦਾ ਹੈ, ਕੋਈ ਪਾਣੀ ਸਿੱਟ ਦਿੰਦਾ ਹੈ। ਇਹ ਤਾਂ ਆਪੋ ਆਪਦੇ ਧਰਮਾਂ ਦੀ ਸਰੀਰ ਕਰਕੇ ਕਿਰਿਆ ਸੋਧ ਹੈ, ਉਹਨੂੰ ਕਹਿ ਲੈਂਦੇ ਆਪਾਂ। ਪਰ ਗਤੀ ਤਾਂ ਆਤਮਾ ਦੀ ਹੋਣੀ ਆ। ਉੱਥੋਂ ਅਸੀਂ ਮਾਰ ਖਾ ਜਾਂਦੇ, ਕੁਰਾਏ ਪਏ ਹੋਏ ਹਾਂ ਅਸੀਂ। ਹੁਣ ਗੁਰ ਕੀ ਮਤ ਲੈ ਕੇ ਆਪਾਂ ਸਿੱਧੇ ਭਗਤ ਕਬੀਰ ਜੀ ਨੇ ਸਮਝਾਇਆ, ਸਿੱਧੇ ਚੱਲਣਾ ਵਾ, ਨਹੀਂ ਤਾਂ 84 ਲੱਖ ਜੂਨੀ ਨੂੰ ਫਿਰ ਜਾਵਾਂਗੇ। ਅੱਗੇ ਸਤਿਗੁਰ ਕੀ ਸਮਝਾਉਂਦੇ ਆ, ਜੈ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ। ਹੁਣ ਧਿਆਨ ਤਾਂ ਹੈ ਹੀ ਨਹੀਂ ਭਾਈ। ਧਿਆਨ ਤਾਂ ਫਿਰ ਗਿਆਨ ਹੈ, ਗਿਆਨ ਤਾਂ ਹੈ ਨਹੀਂ। ਇਹ ਗਿਆਨ ਨਾਲ ਹੀ ਅੰਦਰ ਧਿਆਨ ਲਾਉਣਾ ਆਪਾਂ, ਫਿਰ ਮਨ ਬੁੱਧੀ ਅੰਦਰ ਨੂੰ ਝਾਕਦੇ, ਨਹੀਂ ਤਾਂ ਪਹਿਲਾਂ ਅਸੀਂ ਬਾਹਰ ਨੂੰ ਝਾਕਦੇ ਹਾਂ। ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ। ਇਹ ਮੇਰੀ ਬੁੱਧੀ ਮਨ ਬੁੱਧੀ ਜਦੋਂ ਸੂਝਵਾਨ ਹੋ ਜਾਂਦੇ ਨੇ ਗਿਆਨ ਨਾਲ, ਫਿਰ ਉਹਦੇ ਗੁਣ, ਅੱਠੇ ਪਹਿਰ ਉਹਦੇ ਗੁਣ ਗਾਉਂਦੇ ਨੇ। ਉਹਦੀ ਕਿਰਪਾ ਨਾਲ ਤਾਂ ਅਸੀਂ ਇੱਥੇ ਸੰਸਾਰ 'ਚ ਰਹਿ ਰਹੇ ਹਾਂ। ਸੰਸਾਰੀ ਰਸ ਕਸ ਵੀ ਉਹਦੀ ਕਿਰਪਾ ਨਾਲ ਮਾਣ ਰਹੇ ਹਾਂ। ਇਹ ਜਿਹੜਾ ਆਤਮ ਗਿਆਨ ਹੈ, ਉਹ ਵੀ ਉਹਦੀ ਕਿਰਪਾ ਹੀ ਹੈ। ਜੈ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਏ ਧਿਆਵਨ ਜੋਗ। ਇਹੀ ਯੋਗ ਭਾਈ ਵਿਧੀ ਹੈ। ਫਿਰ ਉਹ ਸਾਡਾ ਗਿਆਨ ਹੀ ਧਿਆਨ ਬਣ ਜਾਂਦਾ ਹੈ। ਜਿਹੜੇ ਅਸੀਂ ਰੰਗ ਭਾਵ ਗਿਆਨ ਰਸ ਭੋਗਦੇ ਹਾਂ, ਇਹ ਸਾਰੀ ਉਹਦੀ ਕਿਰਪਾ ਵਾ। ਇਹਦਾ ਫਿਰ ਇਹ ਤਿਆਗ ਹੋ ਜਾਂਦਾ। ਪਹਿਲੇ ਪਤੇ ਸਤਿਗੁਰਾਂ ਨੇ ਆਪਾਂ ਨੂੰ ਦੋ ਹੀ ਪੱਖ ਸਮਝਾਏ ਨੇ। ਇਹ ਦੋਨੇ ਆਪਾਂ ਨੂੰ ਪ੍ਰਾਪਤ ਕਰਨੇ ਪੈਣੇ। ਇੱਕ ਦਾ ਤਿਆਗ ਕਰਨਾ, ਇੱਕ ਆਪਾਂ ਅਪਣਾਉਣਾ ਵਾ। ਉਹ ਅਪਣਾਵਾਂਗੇ ਤਾਂ ਆਪਾਂ
ਜੇ ਬਾਣੀ ਨੂੰ ਸਤ ਕਰਕੇ ਮੰਨਾਂਗੇ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ, ਗੁਰ ਸਿੱਖੋ ਕਰਤਾ ਮੁਖੋਂ ਆਪ ਕੜਾਵੇ। ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਸੱਚੀ ਬਾਣੀ ਹੈ ਭਾਈ, ਜਿਹੜੀ ਸਾਡੀ ਕਲਪਨਕ ਬਾਣੀ ਹੈ ਉਹ ਝੂਠੀ ਹੈ, ਉਹਦਾ ਹੁਕਮ ਸੱਚਾ ਹੈ, ਸਾਡਾ ਕਲਪਨ ਹੁਕਮ ਝੂਠਾ ਹੈ। ਦੋ ਹੀ ਤਾਂ ਇਹੀ ਟਕਰਾਵ ਹੈ। ਉਹ ਟਕਰਾਓ ਕਰਕੇ ਸਾਡਾ ਜੰਮਣ ਮਰਨਾ ਹੈ। ਜਾਨੂੰ ਸਮਾਂ ਨਿਕਲ ਜਾਂਦਾ ਹੈ, ਬਿਰਧ ਪਿਓ ਸੂਝੇ ਨਹੀਂ, ਕਾਲ ਪਹੁੰਚਿਓ ਆਨ। ਜਦੋਂ ਸੰਸਾਰ ਛੱਡਦੇ ਹਾਂ ਅਸੀਂ, ਜਿਵੇਂ ਸੁੱਤਾ ਪਿਆ ਕੋਈ ਜੀਵ ਸੁਪਨਾ ਲੈ ਰਿਹਾ, ਪਠਾਲ ਦਿੰਦੇ ਖੁੱਲ੍ਹ ਜਾਂਦਾ ਹੈ, ਝੂਠਾ ਹੋ ਜਾਂਦਾ ਹੈ। ਜਦੋਂ ਸਰੀਰ 'ਚ ਕੱਢਦੇ ਆ ਸਾਨੂੰ, ਇਹ ਸੰਸਾਰ ਝੂਠਾ, ਸੁਪਨੇ ਜਿਉਂ ਸੰਸਾਰ ਹੋ ਜਾਂਦਾ ਹੈ। ਫਿਰ ਜਿਹੜੀ ਪ੍ਰੀਤੀ ਪਾਈ ਹੁੰਦੀ ਹੈ ਸਾਡੀ ਪ੍ਰੇਮ ਦੀ, ਫਿਰ ਉਹ ਝੂਠੀ ਹੋ ਜਾਂਦੀ ਹੈ। ਝੂਠੀ ਦੇਖੀ ਜਗਤ ਮੈਂ ਪ੍ਰੀਤ, ਆਓ ਸਾਰੇ ਮਿਲ ਕੇ ਇਹਨੂੰ ਵਿਚਾਰੀਏ। ਆਪਾਂ ਇਸ ਸਰੀਰ 'ਚ ਰਹਿੰਦੇ ਰਹਿੰਦੇ ਹੋਏ ਪ੍ਰਾਪਤੀ ਕਰਕੇ ਆਪਣੇ ਘਰ ਪਹੁੰਚੀਏ, ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਅਸੀਂ ਵੀ ਉਹ ਗੁਰਦੇਵ ਅੱਗੇ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।